ਨਹੀਂ ਨਾ ਛੱਡ ਦੇ ਯਾਰ, ਬੰਦ ਕਰ ਦੇ ਬਸ, ਰੁਕ ਜੇ, ਰੋਕ ਦੇ ਨਹੀਂ ਜਗ੍ਹਾ ਦੱਸੋ ਸਾਨੂੰ ਨਹੀਂ ਜ਼ੇਬ ਦਿੰਦਾ ਯਾਰ। ਅਬੂ ਬਕਰ ਚੁੱਪ ਕਰ ਜਾ, ਨਾ ਕਰ, ਸਾਨੂੰ ਹਰ ਗੱਲ ਦਾ ਪਤਾ ਨਹੀਂ। ਪਿਓ ਤੇਰੇ ਪਿਓ ਵਰਗਾ ਰੇੜੀ ਨਹੀਂ ਸੀ ਲਾਂਦਾ, ਫੇਰ ਗੱਲ ਛਿੱਤਰ ਮਾਰ ਕੇ ਰੇੜੀ ਚੁਕਾ ਦਿੰਦੇ ਨੇ। ਫੇਰ ਗਾਲਾਂ ਕੱਢ ਲੈਣ ਦੇ ਯਾਰ, ਵਿਚਾਰੀ ਹੋਰ ਕੀ ਕਰੇ, ਗਾਲਾਂ ਵੀ ਨਾ ਕੱਢੇ ਤੁਹਾਨੂੰ। ਅਫਸਰ ਸੀ 에ਅਰ ਫੋਰਸ ਦੇ ਵਿੱਚ, ਹੱਦ ਹੋ ਗਈ, ਗਾਲਾਂ ਵੀ ਕੱਢ ਸਕਦੀ। ਤੂੰ ਜਾਣਦੀ ਨਹੀਂ, ਨਾ ਮੇਰੀ ਆਦਤ ਹੈ। ਉਹ ਕਿਹੜਾ ਅਫੀਸਰ ਹੈ? ਅਬੂ ਬਕਰ ਭਾਈ ਨਾ, ਅਬੂ ਬਕਰ ਭਾਈ ਮੇਰਾ ਖਾਮਦ ਸੀਓ ਹੈ, ਉਹਨੂੰ ਫੜਾਸ ਕੱਢ ਲੈਣ ਦਿਓ ਨਾ ਕਰੋ। ਸਾਰੀ ਦੁਨੀਆ ਨੂੰ ਪਤਾ ਹੈ ਮੈਂ ਆਪਣੇ ਖਾਮਦ ਦੇ ਨਾਲ ਸਿਰਫ ਇਸ ਗੱਲ ਦਾ ਝਗੜਾ ਕਾਰੀਗਰੀਆਂ ਦੇ ਨਾਲ ਕਾਰੋਬਾਰ ਨਹੀਂ ਕਰਦਾ। ਵੇਖ ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਮੈਂ ਕਮਿਆਰਾਂ ਦਾ ਮੁੰਡਾ ਨਹੀਂ, ਅਲਹਮਦੁਲਿਲਾ ਕਸ਼ਮੀਰ। ਅਬੂ ਬਕਰ ਭਾਈ ਯਾਰ ਨਾ ਕਰੋ, ਅਬੂ ਬਕਰ ਭਾਈ ਕਮਿਆਰਾਂ ਦਾ ਮੁੰਡਾ ਨਹੀਂ। अबू बकर भाई ना करो यार, कौन है ना करो। अबू बकर भाई ना करो यार, नारोवाल तो लेके अबू बकर भाई मेरी भी सुन लो यार, ना करो। अबू बकर भाई ना करो यार, खतून है ना करो यार। अल्लाह दे बंदे की हो गया था, आखे तू मेनू मेरे सामने आ। उन्हें भी लगदा सेल अपने तेज कर लेने। अबू बकर भी नहीं सुन रहा मेरी यार। अबू बकर ना कर यार, ना कर ना कर ना कर ना कर ना कर ना करना, बस चुप कर जाती यार। खतून है तो मैं बार बार मना कर रहा नहीं, उतना लड़दे चंगे नहीं लगदे यार, यार नहीं चंगे लगदे उतना लड़दे छड़ दे। तू पड़ी सी ना, ਹੁਣ ਤੁਸੀਂ ਆਪਣਾ ਉਹ ਹਾਲ ਕਰ ਲਓ। ਅਗਰ ਪਿਓ ਦੇ ਉਹਨਾਂ ਤੇ ਆਪਣੀਆਂ ਤਸਵੀਰਾਂ ਇੱਥੇ ਲਾਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਤੁਸੀਂ ਕਿਹੜੀ ਨਸਲ ਦੇ। ਓਏ ਮੇਰੀ ਤਸਵੀਰ ਸਾਰੇ ਮਰਜ਼ਈਆਂ ਕੋਲੀ, ਸਾਰੇ ਮਰਜ਼ਈਆਂ ਕੋਲੀ, ਸਾਰੇ ਮਰਜ਼ਈਆਂ ਕੋਲੀ, ਸਾਰੇ ਮਰਜ਼ਈਆਂ ਕੋਲ ਮੇਰੀ ਤਸਵੀਰ ਆਈ। ਸ਼ਜਰੇ ਦਾ ਲਾਤੇ ਤੇ ਮੈਨੂੰ ਕਹਿਣਾ ਤੁਹਾਡੀ ਸਾਰੀ ਭਾਈ ਸਾਰੇ ਮਰਜ਼ਈਆਂ ਕੋਲ ਯਾਰ ਗਾਲਾਂ ਕੱਢ ਲੈਣ ਦਿਓ, ਗਾਲਾਂ ਦਾ ਨਾ ਚੱਕਰਾਂ ਵਿੱਚ ਲਗਾ ਫਿਰਦਾ। ਤੇ ਉੱਥੇ ਗੱਖੜ ਮੰਡੀ ਆ ਕੇ ਨੀਦੀ ਬੱਟ ਦਾ ਵੀ ਜਿਹਨੂੰ ਮਰਜ਼ੀ ਆ ਪੁੱਛ ਲਵੀ ਤੇ ਆ ਮੈਨੂੰ ਮਿਲ। ਗੱਖੜ ਕੀ ਇੱਥੇ ਕੋਲ ਹੀ ਮੇਰਾ ਘਰ ਹੀ ਮਿੱਤਰਾ ਵਾਲੀ, ਮੇਰਾ ਕੋਲ ਹੀ ਉਹ ਮੋਚੀਪੁਰੇ ਦੀ, ਮੋਚੇਪੁਰ ਦੀ ਕਮਿਆਰਾਂ ਨੇ, ਮੁੱਦੇ ਟੁੰਡ ਦੀ ਕੁੜੀ ਹੈ, ਮੁੱਦੇ ਟੁੰਡ ਦੀ। ਤੇਰੀ ਮੈਂ ਮੋਚੀਪੁਰੇ ਦੀ, ਮੋਚੀਪੁਰੇ ਦੀ ਕਮਿਆਰਾਂ ਨੇ, ਮੁੱਦੇ ਟੁੰਡ ਦੀ ਕੁੜੀ ਹੈ, ਮੁੱਦਾ ਟੁੰਡ ਦੇ ਪਿਓ ਦਾ ਨਾਮ ਮੁੱਦਾ ਟੁੰਡ। ਸ਼ਕਲ ਤੇ ਵਿਖਾ, ਮੂੰਹ ਕਾਲਾ ਤੇ ਮੁੱਦਾ ਟੁੰਡ ਕੌਣ ਹੈ? ਜੇ ਗੋਰਾ ਮੁੱਠੇ ਮੁੱਦਾ ਟੁੰਡ ਕੌਣ ਹੈ? ਹੁੰਦਾ ਹੀ ਸ਼ਕਲ ਵਿਖਾ ਆਪਣੀ। ਤੇਰੇ ਤਾਂ ਕਰਤੂਤ ਦੀ ਬੱਟਾ ਵਾਲੀ ਨਹੀਂ, ਤੇਰੇ ਗੱਲਬਾਤ ਦੀ ਬੱਟਾ ਵਾਲੀ ਨਹੀਂ। ਤੂੰ ਤਾਂ ਬੱਟ ਦੀ ਜੁੱਤੀ ਵਰਗਾ ਨਹੀਂ। ਬੱਟ ਬੈਠਾ ਹੀ ਨਾ ਅਮਨ ਸ਼ੇਰ ਅਲੀ, ਬੱਟ ਬੈਠਾ ਹੀ ਨਾ ਨਵਾਜ਼ ਸ਼ਰੀਫ। ਤੈਨੂੰ ਦੱਸਦੇ ਨੇ ਕੌਣ ਹੀ ਮੇਰੇ ਬੱਟ, ਤੈਨੂੰ ਪਤਾ ਚੱਲੇ ਬੱਟਾ ਦਾ। ਤੇ ਮੁੱਦੇ ਟੁੰਡ ਦੇ ਦੱਸ, ਤੇਰੇ ਪਿਓ ਦਾ ਨਾਮ ਤੇ ਮੁੱਦਾ ਟੁੰਡ ਹੀ ਹੈ। ਤੈਨੂੰ ਦੱਸ ਰਿਹਾ ਟੁੰਡੇ ਟੁੰਡੇ ਤੇਰੇ ਸਾਰੇ, ਤੂੰ ਵੀ ਟੁੰਡਾ ਹੀ ਹੋਏਗਾ। ਮੁੱਦਾ ਟੁੰਡ ਤੇਰਾ ਪਿਓ ਨਹੀਂ ਹੈ, ਮੁੱਦਾ ਟੁੰਡ ਤੇਰਾ ਪਿਓ ਨਹੀਂ ਹੈ। ਨਹੀਂ ਮੇਰਾ ਪਿਓ 에ਅਰ ਫੋਰਸ ਦਾ ਅਫਸਰ ਹੈ, ਤੇਰੇ ਨਲਕੀਆਂ ਦਾ ਨਲਕੋ ਚੱਲੇ ਤੇਰਾ ਅਫਸਰ ਮੋਚੀਪੁਰਾ ਲੈਸਾਂ ਦੀ ਨਲਕੀਆਂ ਦੀ ਦੁਕਾਨ ਹੈ। ਮੋਚੀਪੁਰਾ ਤੇਰੇ ਪਿਓ ਦੀ ਨਲਕੀਆਂ ਦੀ ਦੁਕਾਨ ਹੈ, ਲੈਸਾਂ ਦੀ ਨਲਕੀਆਂ ਦੀ। ਮੁੱਦਾ ਟੁੰਡ ਚੱਲ, ਮੁੱਦਾ ਟੁੰਡ ਹੁਣ ਤੈਨੂੰ ਦੱਸਾਂਗਾ ਮੁੱਦਾ ਟੁੰਡ ਕੋਣ ਹੈ। ਅੱਛਾ ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਅੱਛਾ ਟੈਂਟਾਂ ਲੈ ਕੇ ਟਿਕਟ ਕਿਤੇ ਨੱਚਦੀ ਸੀ ਸਭ ਦਾ ਟੈਂਕ। ਸ਼ੋਕੀ ਚੰਗੜ ਤੈਨੂੰ ਨਚਾਉਂਦਾ ਸੀ, ਯਾਦ ਹੀ ਨਾ। ਸ਼ੋਕੀ ਚੰਗੜ ਤੈਨੂੰ ਨਚਾਉਂਦਾ ਸੀ, ਸ਼ੋਕੀ ਚੰਗੜ ਸ਼ੋਕੀ ਚੰਗੜ ਨਚਾਉਂਦਾ ਸੀ ਤੈਨੂੰ। ਸ਼ੋਕੀ ਚੰਗੜ ਸਾਡੇ ਘਰੋਂ, ਹਾਂਜੀ ਛਿੱਤਰ ਖਾ ਕੇ ਨਹੀਂ ਗਿਆ। ਚੰਗੜ ਸਾਡੇ ਘਰੋਂ ਜਿਸ ਲਈ ਨਸੀਬ ਬਣਾਣੀ ਕਤਲ ਹੋਈ ਹੈ, ਤੂੰ ਵੀ ਅੰਦਰ ਸੀ। ਮੇਰੇ ਪਿਓ ਦੀ ਕਤਲ ਤੂੰ ਵੀ ਅੰਦਰ ਗਈ ਸੈਂ। ਨਸੀਬ ਬਣਾਣੀ ਨੇ ਜਦੋਂ ਸ਼ੋਕੀ ਚੰਗੜ ਨੇ ਪੈਰ ਮਾਰਿਆ ਸੀ, ਤੂੰ ਵੀ ਉੱਥੇ ਸੈਂ। ਤੇਰੀ ਭੈਣ ਅੰਨੋ ਕਮਿਆਰੀ ਅੱਜ ਵੀ ਉੱਥੇ ਧੰਦਾ ਕਰਦੀ ਹੈ, ਅੱਜ ਵੀ ਉੱਥੇ ਧੰਦਾ ਕਰਦੀ ਹੈ ਅੰਨੋ ਕਮਿਆਰੀ। ਤੂੰ ਆਈ ਵੱਡੀ ਮੋਚੀਪੁਰੇ ਤੇਰੇ ਮੁੱਦੇ ਟੁੰਡ ਦਾ ਮੈਨੂੰ ਪਤਾ ਵੀ ਲਵਾ ਲਿਆ ਉਹਦਾ। ਅੱਜ ਵੀ ਇਹਦੀ ਲੈਸਾਂ ਦੀ ਨਲਕੇ ਦੀ ਦੁਕਾਨ ਹੈ, ਮੁੱਦੇ ਟੁੰਡ ਦੀ। ਇਹਦੇ ਪਿਓ ਦੀ ਜੋ ਪਤਾ ਕਰ ਲੋ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ। ਉਹ ਚੱਲ ਤੇਰੀ ਗੱਲ ਸੁਣ। ਕਮਿਆਰਨ ਨੇ ਫਜ਼ੀਲਤ ਕੁੱਤੀ ਕਮਿਆਰਨ ਤੇ ਆ ਕੇ ਗੱਲਾਂ ਕਰ ਰਹੀਆਂ। ਸਾਡੀ ਪੜੀ ਹੋਈ ਵੱਡੀ ਆਈ ਘਰ ਦੀ ਸ਼ੋਕੀ ਚੰਗੜ ਵਧੀ ਸਾਡੇ ਨਾਲ। ਉਹ ਸ਼ੋਕੀ ਚੰਗੜ, ਸ਼ੋਕੀ ਚੰਗੜ ਦੀ ਬੁੱਢੀ ਦਾ ਸਮਝ ਆਈ। ਅਸੀਂ ਲਾਨਤ ਨਹੀਂ ਪਾਈ ਇਹੋ ਜਿਹੇ ਲੋਕਾਂ ਨੂੰ। ਸਾਡੇ ਘਰ ਮੇਰੇ ਬਾਪ ਦੇ ਅੱਗੇ ਪਿੱਛੇ ਹੈ ਲੋਕ, ਮੇਰੇ ਬਾਪ ਦੀਆਂ ਵਰਦੀਆਂ ਲਾ ਕੇ ਰੱਖਣ ਵਾਲੇ, ਮੇਰੇ ਘਰ ਖਰੀਦਣ ਵਾਲੇ। ਅੱਛਾ ਜਿਸ ਦਿਨ ਤੇਰਾ ਪਿਓ ਸ਼ੋਕੀ ਚੰਗੜ ਦੇ ਨਾਲ ਤੇਰਾ ਪਿਓ ਵੀ ਅੰਦਰ ਸੀ ਨਸ਼ੇ ਦੇ ਵਿੱਚ, ਯਾਦ ਹੈ। ਸ਼ਰਮ ਕਰ ਡੁੱਬ ਕੇ ਮਾਰ। ਅੱਛਾ ਜਿਸ ਦਿਨ ਨਵਾਜ਼ ਸ਼ਰੀਫ ਬੱਟ ਨਾਲ ਤੁਹਾਡਾ ਹੋ ਜਾਵੇ ਨਾ। ਚੌਥਾ ਘਰ ਅੱਛਾ ਸੁਣੋ ਤਾਂ ਸਹੀ ਨਾ, ਮੁਹਤਰਮਾ ਸੁਣੋ। ਜਿਸ ਦਿਨ ਨਵਾਜ਼ ਸ਼ਰੀਫ ਬੱਟ ਨੂੰ ਜਿਸ ਦਿਨ ਤੁਸੀਂ ਮਿਲੋ ਨਾ ਤੇ ਉਹਨੂੰ ਆਖਿਆ ਜੇ ਮੈਂ ਸ਼ੌਕੀ ਕਸ਼ਮੀਰੀ ਨੂੰ ਮਿਲਿਆ, ਸ਼ੌਕਤ ਕਸ਼ਮੀਰੀ ਨੂੰ। ਕਲਾਸ ਫੈਲੋ ਇਹਦੀ ਸ਼ੌਕੀ ਚੰਗੜ। ਅੱਛਾ ਨਵਾਜ਼ ਸ਼ਰੀਫ ਬੱਟ ਨੂੰ ਬੱਟ ਨਾਲ ਜਦੋਂ ਤੁਹਾਡਾ ਹੋਵੇ ਨਾ ਰਾਬਤਾ ਨਵਾਜ਼ ਸ਼ਰੀਫ ਬੱਟ ਨਾਲ, ਤੇ ਉਹਨੂੰ ਆਖਿਆ ਜੇ ਮੈਂ ਸ਼ੌਕਤ ਕਸ਼ਮੀਰੀ ਨਾਲ ਮਿਲਣਾ। ਮੇਰੀ ਗੱਲ ਸੁਣ, ਤੂੰ ਤੇ ਮੂੰਹ ਦਿਖਾਣ ਦੇ ਕਾਬਲ ਨਹੀਂ।
ਤੂੰ ਐਡਾ ਕਿਸੇ ਪਿਓ ਦਾ ਨਾ, ਤੂੰ ਆ ਕੇ ਆਪਣੀ ਸ਼ਕਲ ਦਿਖਾ ਦੇ ਇੱਕ ਵਾਰੀ, ਦੇਖਾ ਤੇ ਸਹੀ ਤੈਨੂੰ। ਉਹ ਤੈਨੂੰ ਨਾਮ ਦੱਸਦਾ ਤੇ ਵੇ ਵਾ ਪਿਆ ਨਵਾਜ਼ ਸ਼ਰੀਫ ਬਾਟੇ ਨੂੰ ਪੁੱਛੀ, ਨਵਾਜ਼ ਸ਼ਰੀਫ ਬਾਟੇ ਨਾ ਮੂੰਹ ਦਿਖਾਣ ਦੇ ਕਾਬਿਲ ਨਹੀਂ ਹੈ ਨਵਾਜ਼ ਸ਼ਰੀਫ ਬਾਟੇ ਨਾ, ਉਹਨੂੰ ਆਖੀ ਸ਼ੌਕਤ ਕਸ਼ਮੀਰੀ ਨਾਲ ਮਿਲਣਾ। ਮੇਰੀ ਸ਼ਨਾਖਤ ਤੂੰ ਦੱਸ ਦਿੱਤੀ ਨਾ ਕਿ ਮੈਂ ਕਿੱਥੇ ਰਹਿੰਦੀ ਆ, ਕਿੱਥੇ ਹੈ ਮੇਰੀ ਇੱਕ ਔਰਤ ਹੋ ਕੇ ਮੇਰਾ ਪਤਾ ਹੈ ਕਿ ਮੈਂ ਕਿੱਥੋਂ ਦੀ ਰਹਿਣ ਵਾਲੀ। ਪਾਕਿਸਤਾਨ ਆ ਹੀ ਨਹੀਂ ਸਕਦੀ, ਪਾਕਿਸਤਾਨ ਆ ਹੀ ਨਹੀਂ ਸਕਦੀ ਤੂੰ। ਉਹ ਲੱਖ ਦੀ ਲਾਹਨਤ, ਪਾਕਿਸਤਾਨ ਦੇ 2 ਮਹੀਨੇ ਹੋਏ ਨੇ ਮੈਂ ਹੋ ਕੇ ਆਈ ਆ ਹਜੇ। ਅਬ ਸ਼ੇਰ ਨਹੀਂ ਆ ਰਹੀ, ਤੂੰ ਝੂਠ ਮਾਰੇ ਕਿ ਪਾਕਿਸਤਾਨ ਮਿਲਣਾ ਹੀ, ਬੜੀ ਅਬ ਸ਼ੇਰ ਨੂੰ ਮਿਲਣਾ ਹੀ 11 ਤਰੀਕ ਨੂੰ ਆ ਰਿਹਾ ਹੀ। ਅੱਛਾ ਇਹ ਜਿਹੜਾ ਝੂਠ ਮਾਰਿਆ ਵੇ ਤੂੰ ਵੀਡੀਓ ਵਿੱਚ, ਲੱਖ ਦੀ ਲਾਨਤ, ਇਹ ਜਿਹੜਾ ਝੂਠ ਮਾਰਿਆ ਕਿ ਮੈਂ ਪਾਕਿਸਤਾਨ ਨਹੀਂ ਆ ਸਕਦੀ, ਉਹਨੇ ਤੈਨੂੰ ਵੀਡੀਓ ਸੁਣਾ ਦੇ, ਲੱਖ ਦੀ ਲਾਨਤ ਤੇਰੇ ਤੇ। ਵੀਡੀਓ ਸੁਣਾਵਾ ਤੇਰੀ, ਆਡੀਓ ਸੁਣਾਵਾ, ਆਡੀਓ ਸੁਣਾਵਾ ਕਿ ਤੂੰ ਪਾਕਿਸਤਾਨ ਨਹੀਂ ਆ ਸਕਦੀ। ਸੁਣਾ ਲੈ ਸਬਰ ਕਰ ਜ਼ਰਾ। ਨਿਓ ਭਾਈ ਇਹ ਹੋਸਟ ਆਪ ਹੋ ਯਾਰ? ਸਾਰੇ ਭਰਾਵਾਂ ਨੂੰ ਯਾਰ ਇੱਕ ਰਿਕੁਐਸਟ ਹੈ ਕਿ ਇੱਕ ਔਰਤ ਨਾਲ ਤੁਸੀਂ ਨਜਾਇਜ਼ ਕਰ ਰਹੇ ਹੋ, ਤੁਹਾਡੀ ਬੜੀ ਮਿਹਰਬਾਨੀ। ਇਹਨਾਂ ਨੂੰ 2 ਸਾਲ ਹੋ ਗਏ ਨੇ, 2 ਸਾਲ ਇਹਨਾਂ ਨੇ ਗੰਦੇ ਥੱਲੇ ਆ ਕੇ ਮੈਸੇਜ ਕਰਦੇ ਨੇ, ਉਤੋਂ ਇਹ ਮੁਜਾਹਿਦ ਬਣੇ ਹੋਏ ਨੇ। ਲੋ ਜੀ ਮੇਰਾ ਗੰਦਾ ਮੈਸੇਜ ਬਹਾ ਦੇਵੇ ਨਾ, ਅਗਰ ਮੇਰਾ ਮੈਸੇਜ ਗੰਦਾ ਬਹਾ ਦੇਵੇ ਤੇ ਮੈਂ ਮੰਨ ਲਾਂਗਾ ਤੂੰ ਆਪਣੇ ਤੇਰਾ ਮੈਸੇਜ ਕੀ ਦਿਖਾਣਾ ਹੈ, ਗੰਦ ਦੇਖ ਤੇ ਲਿਆ ਤੈਨੂੰ। अरे होस्ट किधर गायब हो गए हैं? ਮੈਂ ਮੰਨ ਲਾਂਗਾ ਤੂੰ ਆਪਣੇ ਪਿਓ ਦੀ ਹੈ, ਮੈਨੂੰ ਆਹ ਮੇਰਾ ਮੈਸੇਜ। ਤੂੰ ਜੋ ਖਾਣਾ ਨਾ ਪਹਿਲੇ ਤੇ ਲੈ ਕੇ ਆਣਾ, ਸ਼ਾਹ ਜੀ ਨੂੰ ਵੀ ਲੈ ਕੇ ਆ, ਇਹ ਜਿਹੜੇ ਮੈਸੇਜ ਹੁਣੀ ਰਿਕਾਰਡਿੰਗ ਸੁਣਾਉਣ ਲੱਗਾ ਵੀ ਲਾ। ਮੀਰ ਸਾਹਿਬ ਤੁਹਾਡੀ ਬੜੀ ਮਿਹਰਬਾਨੀ, ਛੱਡ ਦਿਓ ਯਾਰ, ਨਾ ਕਰੋ ਔਰਤ ਦੇ ਨਾਲ। ਉਹ ਭਾਈ ਰਿਕਾਰਡਿੰਗ ਕੁਛ ਤੇ ਸੁਣ ਲੈ ਦੋ ਸਾਨੂੰ, ਆਪਣੀ ਵਾਰੀ ਗੱਲਾਂ ਕਰਕੇ ਬਾਅਦ ਚ ਤੁਸੀਂ ਕਹਿੰਦੇ ਹੋ ਨਾ ਕਰੋ। ਨਹੀਂ ਅਸੀਂ तो ਤੁਹਾਨੂੰ कुछ नहीं कह रहे। देखिए मेरी बात सुने मेरे भाई, मैं मॉडल टाउन की रिहायशी हूँ, मॉडल टाउन एन ब्लॉक की, सफदर टेंटो वाला, ये शौकी चंगड़, मनशा जो है, ये मनशा बम्ब जो जिसका नाम है, जो कब्जा ग्रुप और ये इसकी जो बहन है फजीलत, वो हमारे घर में ਝੂਠ ਮਾਰਦੇ ਪਈ। ਮੋਚੀਪੁਰੇ ਦੀ ਰਹਿਣ ਵਾਲੀ ਆ ਤੂੰ, ਨਾ ਐਂਡ ਬਲਾਕ ਸਿੱਧਾ ਦੱਸ, ਮੋਚੀਪੁਰੇ ਦੀ ਰਹਿਣ ਵਾਲੀ ਤੇਰੇ ਪਿਓ ਦਾ ਮੁੱਦਾ ਟੋਂਡੇ। मेरे प्यो दा नाम नियाज अली है, कुत्ते दे बच्चे, मेरे प्यो दा नाम नियाज अली है, मुद्दा टोंड मशहूर मंशियात फरोश, सफदर टेंटा वाला, शौकी चंगड़, नसीम पठानी, तो तू अन्नो कमियारी दी भैन ਅੱਜ ਵੀ ਅੰਨੋ ਕਮਿਆਰੀ ਉੱਥੇ ਧੰਦਾ ਕਰਦੀ ਹੈ। ਝੂਠ ਹੁਣ ਸੁਣ ਲਓ ਜੀ, ਝੂਠੇ ਚੱਲ ਮੇਰੇ ਘਰ ਦੀ ਤਸਵੀਰ ਪਿਓ ਦੀ ਤਸਵੀਰ ਮੇਰੀ ਗੱਲ ਸੁਣ ਲਓ ਇਹਦੀ, ਇਹ ਤਾਂ ਜ਼ਰਾ ਮਿਊਟ ਲਾ ਬਕਵਾਸ ਬੰਦ ਕਰ। ਲਓ ਜੀ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਕੁੜੀਆਂ ਮੁੱਦਾ ਟੋਂਡ ਅੱਜ ਵੀ ਉੱਥੇ ਲੈਸਾਂ ਦੀ ਤੇ ਨਲਕਿਆਂ ਦੀ ਦੁਕਾਨ ਹੈ ਮੋਚੀਪੁਰੇ, ਯਾਦ ਨਾ? ਮੇਰੇ ਬਾਪ ਦਾ ਨਾਮ ਨਿਆਜ਼ ਅਲੀ ਹੈ, ਨਿਆਜ਼ ਅਲੀ ਹੈ, ਨਿਆਜ਼ ਅਲੀ, ਮੁਨਸ਼ੀਆਤ ਫਰੋਜ਼, ਮੇਰੇ ਪਿਓ ਦਾ ਨਾਮ ਨਿਆਜ਼ ਅਲੀ, ਨਿਆਜ਼ ਅਲੀ, ਤੂੰ ਵੀ ਕਹਿੰਦੀ ਹੈ ਤੇਰਾ ਨਾਮ ਮੇਰੇ ਬਾਪ ਫਲਾਣੀ ਰਬਾਬ, ਮੇਰੇ ਪਿਓ ਦਾ ਨਾਮ ਨਿਆਜ਼ ਅਲੀ ਹੈ। ਮੁੱਦਾ ਟੋਂਡ ਤੇਰੇ ਪਿਓ ਦਾ ਨਾਮ ਮੁੱਦਾ ਟੋਂਡ, ਝੂਠ ਬੋਲਨੀ ਹੈ, ਬਕਵਾਸ ਕਰਨੀ ਵੀ ਹੈ। ਬਾਅਦ ਚੋਂ ਗਿਆ 에ਅਰਫੋਰਸ ਮੁੱਦਾ ਟੋਂਡ ਨਸ਼ਾ ਵੇਚਦਾ ਸੀ, ਇਸ ਵਾਸਤੇ ਉਹਨੂੰ ਕਹਿੰਦੇ ਨੇ ਜਹਾਜ਼। ਮੁੱਦਾ ਟੋਂਡ ਅੱਜ ਵੀ ਚੌਕੀ ਚੰਗੜ ਮੈਂ ਕਿਹਾ ਕਿ ਜਿੰਨੂੰ ਮਰਜ਼ੀ ਇੱਥੇ ਬੁਲਾ ਕੇ ਕੋਈ ਇੱਕ ਲੈ ਕੇ ਮੇਰੇ ਬਾਪ ਦਾ ਨਾਮ ਜਿਹੜਾ ਮੇਰਾ ਨਾਮ ਨਹੀਂ, ਮੈਂ ਹੁਣ ਸਫਦਰ ਟੈਂਟਾਂ ਵਾਲਾ ਤੈਨੂੰ ਨਹੀਂ ਨਚਾਉਂਦਾ ਰਿਹਾ, ਝੂਠ ਬੋਲਣੀ ਹੈ। ਸ਼ੌਕੀ ਚੰਗੜ ਦੇ ਨਾਲ ਤੂੰ ਨਹੀਂ ਨੱਚਦੀ ਰਹੀ, ਕਿਹਦੇ ਨਾਲ? ਦੁਬਈ ਦੇ ਵਿੱਚ ਉਹਦੇ ਕਲੱਬ 'ਚ ਨੱਚਦੀ ਰਹੀ ਹੈ ਸ਼ੌਕੀ ਚੰਗੜ ਦੇ। ਬਕਵਾਸ ਕਰਨੀ ਵੀ ਹੈ, ਝੂਠ ਬਕਵਾਸ ਕਰਨੀ ਵੀ ਝੂਠੀ। ਲਿਆ ਇੱਥੇ ਤਸਵੀਰਾਂ, ਗਲੀਜ਼ ਔਰਤ ਕਲੱਬ ਹੋਵੇ ਤੇ ਤਸਵੀਰਾਂ ਲਾ, ਇੱਥੇ ਤਸਵੀਰਾਂ। ਤੈਨੂੰ ਮੈਨੇ ਜਿਹੜੇ ਨਾਮ ਦੱਸ ਰਹੇ ਤੇਰੇ ਅੰਦਰ ਅੱਗ ਲੱਗ ਗਈ ਹੈ, ਤੇਰੇ ਮੂੰਹ ਤੇ ਤਾਲੇ ਲੱਗ ਗਏ। ਕਿਹਾ ਕਿ ਨਾ ਤੇ ਮੇਰੇ ਬਾਪ ਦਾ ਨਾਂ, ਜਦੋਂ ਨਸੀਬ ਰਾਣੀ ਕਤਲ ਹੋਈ ਹੈ ਉਦੋਂ ਤੂੰ ਵੀ ਉੱਥੇ ਸੇ, ਤੂੰ ਬਚ ਗਈ, ਤੇਰੇ ਸਿਰ ਦੇ ਵਿੱਚ ਫੈਰ ਮਾਰਨਾ ਸੀ ਸ਼ੌਕੀ ਚੰਗੜ ਨੇ। 118 ਸ਼ੌਕੀ ਚੰਗੜ ਇਸੇ ਵਾਸਤੇ ਕਤਲ ਦੀ ਸਜ਼ਾ ਕੱਟ ਗਿਆ ਸੀ। ਤੇਰਾ ਬਲਾਕ B2 ਦੇ ਵਿੱਚ ਹੀ ਸ਼ੌਕੀ ਚੰਗੜ ਦਾ ਘਰ, ਨਰਸਰੀ ਸਟਾਪ। ਮੈਨੂੰ ਕੋਈ ਐਸਾ ਬੰਦਾ ਨਹੀਂ ਜਿਹੜਾ ਸਾਨੂੰ ਨਾ ਜਾਣਦਾ ਹੋਵੇ। ਮੈਂ ਅੱਜ ਵੀ ਲਿਖ ਲਓ ਜੀ, ਟਾਊਨਸ਼ਿਪ 13 ਬਲਾਕ ਨਰਸਰੀ ਸਟਾਪ, ਉੱਥੇ ਸ਼ੌਕੀ ਚੰਗੜ ਨੇ ਮੇਰੇ ਬਾਪ ਦਾ ਘਰ ਖਰੀਦਿਆ। ਮੇਰੇ ਬਾਪ ਦਾ ਨਾਮ ਨਿਆਜ਼ ਅਲੀ ਹੈ। ਮੇਰੇ ਸ਼ੌਕੀ ਚੰਗੜ ਦੀ ਜਿਹੜੀ ਬੀਵੀ ਫਜ਼ੀਲਤ ਹੈ, ਫੀਲਾ ਉਹਨੂੰ ਘਰ 'ਚ ਕਹਿੰਦੇ ਸੀ, ਉਹ ਸਾਡੇ ਘਰੋਂ ਪੜੀ ਹੋਈ ਹੈ, ਅਸੀਂ ਇਕੱਠੇ ਖੇਲੇ ਆ। ਉਹਦੀ ਭੈਣ ਬੁਸ਼ਰਾ ਜਿਹੜੀ ਆ, ਉਹ ਮੇਰੀ ਵਾਲਦਾ ਤੇ ਕੋਲ ਆਉਂਦੀ ਸੀ ਪੜਨ ਵਾਸਤੇ। ਉਸ ਤੋਂ ਬਾਅਦ ਕੀ ਉਹਦਾ ਨਾਂ ਲਈਦਾ, ਮੇਰਾ ਬਾਪ 에ਅਰਫੋਰਸ ਤੋਂ ਰਿਟਾਇਰ ਹੋ ਕੇ ਸਿਕਿਉਰਿਟੀ ਵਿੱਚ ਗਿਆ। ਠੀਕ ਹੈ, ਸ਼ੌਕੀ ਚੰਗੜ ਤਾਰੇ ਗਾਰਡਨ ਰਹਿੰਦਾ, ਐਵੇਂ ਚਵਲਾ ਮਾਰੀ ਜਾਂਦੀ ਪਈ ਹੈ। ਟਾਊਨਸ਼ਿਪ ਰਹਿੰਦਾ, ਸ਼ੌਕੀ ਚੰਗੜ ਦੇ ਪਿਓ ਦਾ ਟਾਊਨਸ਼ਿਪ ਰਹਿੰਦਾ, ਸਫਦਰ ਟੈਂਟਾ ਟਾਊਨਸ਼ਿਪ ਨਹੀਂ ਰਹਿੰਦਾ, ਟਾਊਨਸ਼ਿਪ ਦਾ ਡੇਰਾ ਜਿੱਥੇ ਤੇਰੀ ਤੇਰੀ ਭੈਣ ਦਾ, ਜਿੱਥੇ ਤੇਰੀ ਭੈਣ ਕੋਠਾ ਚਲਾਉਂਦੀ ਹੈ 13 ਬਲਾਕ ਵਿੱਚ, ਉੱਥੇ ਸ਼ੌਕੀ ਚੰਗੜ ਦਾ ਨਾਮ ਦਾ ਡੇਰਾ ਜਿੱਥੇ ਜਿਹਨਾਂ ਨੂੰ ਪਹੁੰਚਦਾ ਤੇਰੇ ਉਹਦਾ
ਸ਼ੌਕੀ ਚੰਗੜ ਦਾ ਦਫ਼ਤਰ ਹੈ ਉੱਥੇ, ਉਹ 10 ਮਰਲੇ 5 ਮਰਲੇ ਉਹ ਭਾਈ ਸ਼ੌਕੀ ਚੰਗੜ ਦਾ ਘਰ ਤੇਰਾ ਬਲਾਕ ਤਾਰਾ ਗਾਰਡਨ ਹੈ, ਤਾਰਾ ਗਾਰਡਨ ਕਾਰ ਉਹਨੇ ਖਰੀਦਿਆ 112 ਨੰਬਰ ਸ਼ੌਕੀ ਚੰਗੜ ਤਾਰਾ ਗਾਰਡਨ ਅੰਦਰ ਬਕਵਾਸ ਕਰ यूसुफ भाई ਰਹੀ और उम्मा ਚੱਲ ਝੂਠਿਆ बगैरत आदमी उम्मा यूसुफ भाई उम्मा दोनों एक सेकंड उम्मा एक सेकंड। मुझे जहाँ तक याद पड़ता है आप लोगों की बात स्टार्ट हुई थी कोई सही मुस्लिम से, और बात ख़त्म कहाँ पे हुई है कि तू ये तो तू वो, ये सारी दुनिया देखती है और वो इस वक्त क्या सीख रही होगी। देखिए एक सेकंड, ये बंदा ला इलाहा इल्लल्लाह मोहम्मद रसूलुल्लाह, मेरे वालिद का नाम मैं कुरान को उठा के कहती हूँ, मेरे लेकिन आप तेरे प्यो दा नाम मुद्दा टोंड मेरा बाप एयरपोर्ट से नाम मशहूर तेरा प्यो मैं अपने अन्नो बाप की कमेरी तेरी तस्वीर भैन लगा है देती हूँ। तेरा ब्लॉक है ਜਿਹੜਾ ਘਰ ਹੈ, ਦੋ ਜਿਹੜੇ ਮਕਾਨ ਹੈ ਸ਼ੌਕੀ ਚੰਗੜ ਦੇ ਜਿਹਦੇ ਚ ਉਹਨੇ ਯੂਨੀਅਨ ਕੌਂਸਲ ਦਾ ਦਫ਼ਤਰ ਬਣਾਇਆ ਹੈ, ਉਹ ਪਾਰਕ ਦੇ ਬਿਲਕੁਲ ਸਾਹਮਣੇ 13 ਬਲਾਕ ਵਿੱਚ ਉਹਦੇ ਕਾਰਨਰ ਹੈ ਤੇਰੀ ਮਾਂ ਤੇਰੀ ਭੈਣ ਦਾ ਅੱਜ ਵੀ ਅੰਨੋ ਕਮਿਆਰੀ ਦਾ ਬਿਲਕੁਲ ਮੇਰੇ ਵਾਲਿਦ ਦਾ ਘਰ ਸੀ। ਹਾਂ ਤੇਰੇ ਅੱਜ ਵੀ ਉਹ ਕਬਜ਼ਾ ਕੀਤਾ ਉਹਨੇ ਤੇਰੇ ਵਾਲਿਦ ਦਾ ਘਰ ਸੀ, ਉਸ 5 ਮਰਲੇ ਤੋਂ ਦੋ ਨੇ ਕਬਜ਼ੇ ਕੀਤੇ ਨੇ ਜੀ ਮੈਂ ਦੱਸੀ ਪਈਗਾ ਕਿ ਉਹ ਘਰ ਦੇ ਇੱਕ ਨੋਲੇ ਦਾ ਸੀ ਜਿਹੜਾ ਨੋਲੇ ਦੇ ਨਾਲ ਸੀ ਨਾਲ ਵਾਲਾ ਉਹਨੇ ਕਬਜ਼ਾ ਕੀਤਾ, ਨੋਲੇ ਨੂੰ ਪੈਸੇ ਦੇ ਕੇ ਕੱਢ ਦਿੱਤਾ। ਨੋਲਾ ਇਸ ਟਾਈਮ ਗੰਦੇ ਨਾਲੇ ਤੇ ਗੁਰਜਾ ਸਟਾਪ ਦੇ ਬਿਲਕੁਲ ਸਾਹਮਣੇ ਰਹਿੰਦਾ ਨੋਲਾ। ਚਾਹ ਦੀ ਜਿੱਥੇ ਦੁਕਾਨ ਹੈ ਨਾ ਉਹਦੇ ਪਿੱਛੇ ਘਰ ਜਿਹੜੇ ਨੇ ਉਹ ਸਾਰੀ ਉਹਦੇ ਪਿੱਛੇ ਘਰ ਜਿਹੜੇ ਨੇ ਹੁਣ ਪਤਾ ਲੱਗਾ ਮੈਂ ਕਿੱਥੋਂ ਦਾ ਵਾਂ। ਅੱਛਾ ਯਾਰ ਹੁਣ ਲੱਗਾ ਪਤਾ ਲੱਗਾ ਉਹ ਮੇਰੀ ਗੱਲ ਸੁਣੋ, ਹੁਣ ਪਤਾ ਲੱਗਾ ਲੜਾਈ ਖਤਮ ਕਰੋ, ਲੜਾਈ ਮਸ਼ਹੂਰ ਹੈ ਅੱਜ ਵੀ, ਲੜਾਈ ਖਤਮ ਕਰੋ, ਅੱਜ ਵੀ ਮਸ਼ਹੂਰ ਹੈ ਮੁੱਦਾ ਟੋਂਡ। यूसुफ भाई ਟੋਂਡ ਤੇਰੇ ਪਿਓ ਦਾ यूसुफ भाई लड़ाई खत्म करो, यूसुफ भाई खत्म करो, एक मिनट एक बार माइक क्या लड़ाई खत्म करो, एक मिनट एक बार माइक क्या जी मैंने आपको बताया है कि मियां अदरीस का कनाडा में मियां अदरीस का बिजनेस इनके साथ था, बिजनेस इनके साथ था। उनका अहले ये कादियानियों के साथ पाकिस्तान में कोई ताल्लुक नहीं था। जब मैं कनाडा में आई हूँ तब इनका ताल्लुक जो था वो सामने आया, उससे पहले नहीं था। वो कभी भी कादियानी ना थे ना कादियानी हैं, बल्कि वो ज्यादातर अहले हदीस रफ़ायदैन नहीं करते, लेकिन अहद मकतबा फिक्र से ज्यादा करीब हैं वो, उनकी फैमिली भी। अच्छा जी, ये मियां अदरीस जो है ना कादियानी थे ना कादियानी हैं, ठीक है, ये बात सबने सुन ली है, ना कादियानी थे ना कादियानी हैं। अब आगे सुने जी। और इस पे मेरी मतलब काफी नाराजगी भी हुई और मुझे बहुत ज्यादा जो है सामना करना पड़ा मुश्किलात का भी। मेरे पे बहुत ज्यादा इल्जामात भी लगाए गए, लेकिन मैं अपने बच्चों के साथ जो थी वो अलग रहने लग गई। मियाँ साहब वापस पाकिस्तान चले गए, और ये बात जब मैंने अपने वालिद साहब को बताई तो मेरे वालिद साहब ने मुझे खामोश रहने का कहा। और उन्होंने, अब इसमें दो चीजें थी। अभी अलीशेर गुजर भी इसी बात के ऊपर एक फ्रॉड के ऊपर बात कर रहा था, मैं वहां मौजूद नहीं थी, तो वो भी ये बात थी कि मैं ये समझती हूँ कि एक मुस्लिम और गैर मुस्लिम से मैं क्या तलाक लूं, डिवोर्स क्या मैं उसको कहूँ, जब मेरा उसके साथ उसने जो किया उसने अपनी मुनाफिक पूरे पाकिस्तान में आप जिधर भी जाएंगे तो अहले सुन्नत माना जाता है। लेकिन ये बात तो राना सनाउल्लाह का भाई राना एजाज और यहाँ पर एक दिल मोहम्मद था, वो यहाँ के मेयर के लिए भी उसने अप्लाई किया था। ये पूरा उम्मे बहन ये भी साहब ने कंफर्म कर दीजिएगा कि राना सनाउल्लाह का भाई भी जमात से मुतासर है या अहमदी है, क्योंकि ये भी इख्तिलाफी बात कर रहे हैं। जी बिल्कुल। और राना सनाउल्लाह का भाई जो था, जिसमें राना सनाउल्लाह का भाई राना एजाज, और फिर जिस वक्त मैंने आबद शेर अली को ये बात कही, मैं कहती कि बड़ी वाली गाड़ी जो है ट्रक वाली वो देख लेते लक्ष्मी तो जो है, ये चीजें मुझे कनाडा देख में रहे आकर हो पता कसम खा। चली। तो बजाय इसके कि मेरे भाई अच्छा देखते हैं, मैं सुनते कह रहा हूँ देख रहे हो। पूरा यहाँ पर बहुत सारे कादियानियों को पता है कि मुझे कितनी बड़ी ऑफर्स थी, लेकिन मेरे लिए मेरा दीन, मेरा
अल्लाह ताला का शुक्र। दीजिएगा नहीं, पहले बोलिएगा, अलीम भाई एक मिनट, अलीम भाई एक मिनट, जो बात हो रही है पहले उसको कंप्लीट कर लें, ठीक है? इनके सिस्टर के मुताबिक वो इनके मौजूदा हस्बैंड हैं। अलैद की हुई है, अलैद की ये सिस्टर कंफर्म करे, आपसे नहीं कंफर्म करना अलीम भाई। जी कर ले। मैंने ये कह दिया, मैं वही बात करने लगा था प्यारे भाई। काकाश भाई एक और दोस्त आए थे, वो कह रहे थे हम इसीलिए बैठे हैं ना भाईजान कि हम ये चले आप कर ले। मैं असल में हम आगे बात किसी ब्रॉड की बात करेंगे नहीं, कुफर के फतवे जो मर्जी है वो जाने, उनके काम जाने, हम किसी की ब्रॉड की बात नहीं करेंगे, ठीक है? बाजी ने कंफर्म कर दिया है कि ये भाई बाजी के भाईजान आप कर दिया उन्होंने। पूछ ले, आप दोबारा पूछ ले। जी बाजी, वो आपके मौजूदा हस्बैंड है, आपकी तलाक उनसे नहीं हुई, वो आपके एक्स हस्बैंड नहीं है, मौजूदा हस्बैंड है, यही बात है। देखिए, ये सिलसिला जो है ये 2012 में स्टार्ट हुआ, 2013 में, ठीक है? और जब मैं पाकिस्तान से आई, और उसके बाद एक कैनेडियन लॉ के मुताबिक अगर कोई हस्बैंड मतलब उसकी सेपरेशन वो 5 साल तक, और हमारा दीन में भी ये चीजें, लेकिन मैं तो इसको फिर निकाही, जब मैंने जहां तक मैंने पढ़ा और समझा कि जब तक मुझे ये पता नहीं था, जब मैंने अपने वालिद साहब से ये बात की कि अब्बू मतलब ये सब कुछ है, ठीक है, तो मैं समझता हूँ कि मेरा निकाह ही नहीं था, वो एक धोखे के साथ सब कुछ था। और जब ये चीज होगी तो मैं उसको धोखा नहीं कह सकती हूँ कि शख्स ने अपनी बातों को वाजे नहीं किया। लेकिन मैं पाकिस्तान लैंड नहीं हुई, बच्चे जाते रहते हैं 2 महीने में, 4 महीने में, लेकिन वो अपने बाप से नहीं मिलते। मेरे किसी बच्चे की रजिस्ट्रेशन जो है वो, क्योंकि मेरे वालिद एक बड़े स्ट्रिक्ट और एयरफोर्स के एक बहुत मतलब ऐसे ऑफिसर की मैं बेटी हूँ जिन्होंने अपनी प्रिंसिपल और वैल्यूज को, और बड़े एक बारोब बाप की बेटी हूँ मैं अल्हम्दुलिल्लाह। तो शायद उन्होंने डरते हुए ये चीज जो थी कभी मतलब की भी नहीं। तो जब मैंने अपने वालिद साहब से ये बात की तो मैं तो ये समझती हूँ कि ये निकाह नहीं था, बल्कि ये एक धोखाधड़ी थी। और दूसरी बात ये है कि मियाँ साहब तो मतलब एक्सपोज हुए हैं, उन्होंने तो किसी जगह पर अपने आप को ये डिक्लेयर नहीं किया था कि वो एक अहमदी जमात से उनका ताल्लुक है, यू नो। और मुझे भी उन्होंने कभी ये बात नहीं की थी। उनके जिन लोगों ने मुझे दावतों पे बुलाया और जिन लोगों ने मतलब उनके साथ ही मियाँ साहब के साथ जो मिल रहे थे, उन लोगों से ये रावल टीवी वाले या दूसरे जो उनकी दावतों पे मुझे भी बुलाते थे साथ, तो उस वक्त ये बात बाद में पता चली जब मैं उनकी एक मॉस्क में गई हूँ। मॉस्क तो नहीं कहना चाहिए, पहले उनकी जो जमात खाना या जो भी था उनका, तो उस इफ्तिताह के लिए जब मैं गई तो मुझे तो वहां पर बुलाया, तो मुझे बाद में पता चला कि वहां पर हमारा सारा मीडिया भी मौजूद था। तो फिर मुझे पता चला कि ये इस तरह से बात है। और मैंने उस चीज को जब छोड़ा तो मैंने जितनी चीजों को फेस किया है, तो आप मतलब मैं अभी भी अगर पाकिस्तान अगर इस चीज को लेके जाती हूँ तो हो सकता है कि मैं एयरपोर्ट पे उतरूँ तो मुझे मतलब खत्म करवा दिया जाए, मुझे मार दिया जाए। और मैं इस वजह से यहीं पे मैं रोक देता हूँ, पूरी नहीं मैं सुनाता। यहाँ पे 3 बातें पाकिस्तान जो है वो ख़तरा है कि मार देंगे, और इसलिए मैं कई सालों से पाकिस्तान नहीं गई। और अभी ये कह रही है कि मैं 2 महीने पहले पाकिस्तान गई हुई थी। बाकी बहरहाल मैं कुछ नहीं कहता, ये खुद अब इसकी तत्मीक करते रहें तमाम बातों की और आपको क्लैरिफिकेशन देती रहें, मैं तो कुछ नहीं कहता जी। ले जी, आप इनसे सफाई ले लें।
साढ़े नाल रहोगे तो ऐश करोगे। कोई है जिंदा? इंतजार हो रहा है कि जिससे सफाई मांगी गई है वो खुद ही दें सफाई। कोई जिंदा है तो बोले। ਮੇਰੇ ਖਿਆਲ ਨਾਲ ਦੁਕਾਨ ਬੰਦ ਹੀ ਕਰ ਦੇਣੀ ਚਾਹੀਦੀ ਹੈ हम तो देखें यही शुरू से पिछले आधे पौने घंटे से यही कह रहे थे कि इस बात को आगे ना ही बढ़ाएं तो अच्छा है, लेकिन अब ਮੇਰੇ ਖਿਆਲ ਨਾਲ ਹੁਣ ਇਹ ਦੁਕਾਨ ਦਾ ਦਰਵਾਜ਼ਾ ਬੰਦ ਕਰ ਦੇਣਾ ਚਾਹੀਦਾ ਹੈ ਜਿੱਥੇ ਤੱਕ ਗੱਲ ਪਹੁੰਚ ਗਈ ਹੈ। हमने तो कभी मेरा बेटा आ गया था। हमने तो कभी इनको छेड़े ही नहीं। किनको? आपको। हम तो कभी भी ना आपको छेड़ते हैं ना कभी आपके पीछे आए हैं। आपको ही शौक है कि ये भी गालीबाज मेरी बात सुने, गालीबाज देखिए है, ये फलां है, वो फलां एक है। सेकंड आप जरा चुप करें, मेरी बात सुने। सबसे पहली बात कि आपने सैयद ज़फ़रुल्लाह शाह साहब को लेकर आना, नंबर 1। दूसरा, आपने मेरी वल्दियत के बारे में जो बात की है, ठीक है, इसके ऊपर अब आपने साबित करना है कि आपने ये बात क्यों की, क्यों झूठ बोला। चले हमने वो झूठ बोला है, हमने वो झूठ बोला है, हम अपने अल्फाज वापस ले रहे हैं। जी, अगर आपने झूठ बोला है तो आपने अल्फाज वापस लिए हैं तो बड़ी अच्छी बात है। मैं भी आप लोगों के बारे में 2 साल तक खामोश रही हूँ। मैंने कभी कोई बात किसी के बारे में नहीं की। मैंने बड़ी अच्छा, उसके ऊपर अल्लाह की लानत हो जो हमारे बारे में 2 साल से खामोश है। अगर वो झूठ बोल रहा है तो उस पर अल्लाह की लानत हो। कहीं आमीन। बिल्कुल आमीन, बिल्कुल आमीन। आपने हमारे बारे में पिछले 2 साल में कभी कुछ नहीं कहा ना। जिसका बात अच्छा, हमारे बारे में मेरी बात अच्छा सुने ज़ियार रसूल के बारे में, आमिर नज़ीर के बारे में, अबू बकर के बारे में, यूसुफी के बारे में आपने 2 साल में कभी कुछ नहीं कहा। मैंने कभी कुछ नहीं कहा। ऐसे ही। अब मेरी बात सुने, मैंने कभी कुछ नहीं कहा। अगर आपने कहा हो तो अल्लाह की लानत हो। मैंने कहा कि अगर मैंने जवाब में कुछ कहा है, मैंने कभी उनके बारे में, उनकी जात के बारे में कोई बात की हो तो मेरे पे खुदा की लानत है। और उन्होंने अच्छा, अगर मलक तलत की बराड़ पे आपने आमिर नज़ीर साहब के बारे में कुछ कहा हो, मैंने जवाब दिया तलत साहब की ब्रॉड के ऊपर जो आमिर नज़ीर साहब ने फरमाया कि उम्मे रुबाब ने मुझे मेरे करैक्टर के ऊपर उन्होंने बात की। उन्होंने कहा कि मुझे, ये तो अभी 2 दिन पहले की बात है ना, ये तो 2 दिन पहले की बात है जी। मैं पिछले 2 साल की बात कर रहा हूँ। पिछले 2 सालों में मैं एक ब्रॉड के ऊपर थी जहां पर ये उतरे हैं। फिर इन्होंने लोगों से मेरा पता मांगा है। इन्हें कहा जी केड़ी बुढ़ी ये मैनू दसो इहदे बारे दे विच। हाँ, वो मियां 49 की बराड़ की बात नहीं पूछ रहा मैं। मियां 49 की बराड़ की बात नहीं पूछ रहा, मलक तलत की बराड़। मैं ये बात कर रही हूँ कि जिस वक्त इसने ये बातें की है तो मैंने जवाब में जरूर कुछ कहा होगा। नहीं, उस वक्त आपका पंगा अली शेर गुज्जर, गुलाम अली, वो वगैरह वगैरह जो है ना उनके साथ चल रहा था। वहाँ पे ये न्यू वगैरह ये सब भी मौजूद थे। वहाँ पे आपको सेक्स गर्ल और पता नहीं क्या क्या कहा गया। उस दौरान आपने आमिर नज़ीर साहब को भी गालियाँ दी नहीं दी? मेरी बात सुने, इस वजह से कि आमिर नज़ीर साहब को गालियाँ नहीं मैंने दी। मैंने ये बात कही थी कि मैं तमाम ऐसे लोगों के ऊपर लानत भेजती हूँ जो इस्लाम को बदनाम कर रहे हैं। आमिर नज़ीर साहब का नाम लिया आपने, हालांकि उन्होंने कभी आपका जिक्र तक नहीं किया। वो आपको मतलब आपको आपका नाम तक देखना गवारा नहीं करते वो। मेरी बात सुने, और आप देखने की बात करते हैं। मैं आमिर नज़ीर का मेरा ये स्टेटस ही नहीं है कि एक ट्रक ड्राइवर को डिस्कस करूं। तो फिर आप क्यों उनको डिस्कस करती हैं? पिछले 2 साल में अभी आपने कहा, आपने लानत भी कबूल कर ली। अभी आपने कि 2 साल में कभी आपने जिक्र नहीं किया। एक मिनट, आपने अभी कहा कि मेरे बाप का नाम मुद्दा पता नहीं क्या टूंगा के। भाई उसको छोड़े, हमने वो अल्फाज वापस ले लिए हुए हैं। इसके ऊपर बात करें जो मैंने अभी पेश की है। एक मिनट, आपने जो बात की वो ये की कि मेरा बाप जो है वो वहां पर पता नहीं क्या कर रहा है। वो भूल जाए हमसे गलती हुई है, वो भूल जाए, उसको भूल जाए, वो गलती हुई है, उसको भूल जाए। ये बात करें, ये 2 साल अच्छा भूल जाए ना, मतलब आपने की है 2 सालों में। मैंने ज़फ़रुल्लाह शाह साहब के राज लीक किया है, वो कौन सी? अच्छा, 2 सालों में आपने हमारे खिलाफ बात की है ना? मैंने बिल्कुल नहीं, मैंने आप लोगों के खिलाफ कभी कोई बात नहीं की। अभी मैंने आपको याद करवाया और आप कह रही हैं कि हाँ वो फलां मौके पे, हाँ वो फलां मौके पे। मैं कहती हूँ कि खुदा की लानत हो जिसने आपके बारे में कोई बुरे अल्फाज। अच्छा चलें, ये बात भी अब खत्म कर दें। अब जो मैंने ऑडियो सुनाई है उस पर बात करें। जी, मैंने आपको बताया कि मेरा मियां अदरीस जो थे उनके कनाडा में बहुत सारे कादियानियों के साथ ताल्लुकात थे, जिसकी वजह से मेरा उनके साथ झगड़ा हुआ। मैंने कहा कि
مارکھا میں یہ ایک بہت بڑا مال بنانا چاہتے تھے، ان کا بزنس سیٹ اپ تھا، رانا ساولہ کا بھائی بھی۔ سسٹر میری بات سنیں، آپ کیوں صفائیاں دے رہی ہیں ایسے لوگوں کو؟ آپ کو کیا ضرورت ہے؟ جو ہے نہیں کوئی بات نہیں سسٹر، میری بات سنیں، کیا ضرورت ہے آپ کو ایسے لوگوں کے آگے اس طرح گڑ گڑانے کی؟ ہے تو ہے، کیا ہے تو کیا۔ لبنہ میری بات سنیں، لبنہ میری بات ہم بھی یہی کہہ میں رہے ہیں، مریم ہوں، ہم بھی یہی کہہ رہے ہیں کہ یہ کہیں کہ میں ایسی ہوں سو ہوں۔ جس نے جو کرنا ہے نا کر لینے دے، باتیں کرتے ہیں کرنے دے۔ دیکھیں ہم نے کچھ بھی نہیں کرنا، ہم بھی یہی کہہ رہے ہیں کہ جو یہ ہیں وہی رہیں۔ چیز کے پیچھے کچرا جو ہوتا ہے، اچھا ابو بکر بھائی آپ مجھے کہتے ہیں میں قادیانی ہوں، میں قادیانی کا ہوں، کام ہے بات کرنا، مت ابو بکر بھائی آواز آ رہی ہے؟ آپ چلو مجھے ٹھیک ہے کہتے جی، ہیں ٹھیک میں ہے۔ قادیانی ہوں، میں ہوں چلے قادیانی اسی ہوں۔ الجھانے ہیں، دیکھو یہ ہوئی نا گل یہ بات۔ کہ ایسے نہیں کرنا اب چاہیے، آپ ایک بار سفاریا خاموش ہو جائیں، بات کرنے دیں۔ بکواس کر رہے ہم ہیں کوئی کہ بات نہیں ایسے کرنا بیچاری چاہتے کو کسی کے بٹھا متعلق، کسی کو کچھ نہیں کہنا چاہتے، کسی کے متعلق کسی قسم کا ہم نے کبھی نہیں، ہم نے عطل ویسی کوشش کی۔ کوئی بات نہیں، وہ جو بھی ہے اچھا سنیں، بات یہ ہے کہ میری بات سنیں، صرف ایک منٹ بات سن لیں پلیز آپ۔ دیکھیں جی یہ آپ سن لیں، ایک منٹ بات سن لیں۔ یہ گدے کو یاد کریں، وہاں پر ایک منٹ میری بات سن لیں غور سے۔ پہنچ چکے کہ وہاں پر فرار ہو جائے۔ میری بات سنو غور سے۔ نشانہ بنا ہوا ہے کیا آپ لوگ کر کیا سکتے ہیں؟ بھائی ہم نے کبھی بھی ان کو نشانہ نہیں بنایا۔ مریم میری اس کو کیا نشانہ بنانا ہے؟ 70 سال کی بوڑھی عورت ہے، اس کو میں نے کیا نشانہ بنانا ہے؟ بیچاری یہ اپنی مریم زندگی میری گن بات رہی ہے، اس کو سنیں، کیا کہنا ہم نے؟ اب ایسی بوڑھی کھوسٹ کو ہم نے کیا کہنا ہے؟ بوڑھی عورت ہے، مرنے کے دن ہم میں اس شریف ہے، کو اپنے کچھ بھی نہیں سمجھتے، کیا کہنا ہے؟ نہ ہم اسی اسی کیا اوقات ہے؟ منہ لگانا چاہتے ہیں، جس کا ہم تو اسے جان چھڑوانا چاہتے ہیں۔ یہ نا کہ باقی شوکی چنگڑ نے معلوم کر دیا تھا ہمارے بات کے خلاف۔ ایک عورت مریم ایک منٹ ہے، مریم ایک منٹ، بھائی عورت کے مریم ساتھ ایک نہیں، منٹ، ہم تو کہتے ہیں کہ بڈھی کھوسٹ جڑی بیٹھی پہنچ مریم ایک منٹ ہے، مریم ایک منٹ ہے، اور سارے لوگ بیٹھ کے مریم ایک منٹ ٹھہر جاؤ، مریم ایک منٹ ٹھہر جاؤ، مریم ایک منٹ ٹھہر جاؤ۔ یہاں پہ ہم تو یہ کہتے ہیں کہ خدا را ہماری جان چھوڑ دو، ہم آپ کے منہ نہیں لگنا چاہتے، مریم ایک منٹ، آپ ہمارا نام لینا چھوڑ دیں، خدا را ہمارا نام لینا چھوڑ دیں، مریم آپ ایک خدا را منٹ، ہمارا نام لینا چھوڑ دیں۔ مریم ایک ہم نے منٹ، کبھی بھی آپ کے خلاف کبھی بھی بات نہیں کی، مریم نہ ہم ایک نے کبھی منٹ، آپ کے اب خلاف ایک کوئی منٹ براڈ صبر لگائی کر ہے۔ آپ ہمارے خلاف براڈیں بھی لگاتی ہیں، آپ ہمارے خلاف بولتی بھی ہیں، جو گالی باز مرزائیوں کی طرف ہیں آپ ان کے ساتھ جا کے بیٹھیں، جو گالی باز مسلمانوں کی طرف ہیں آپ ان کے ساتھ بیٹھیں، آپ کا یارانہ انہی کے ساتھ ہے، چاہے وہ گالی باز مرزائیوں کی طرف سے ہو یا مسلمانوں کی طرف سے، آپ کا یارانہ صرف گالی بازوں کے ساتھ ہے، ہمارا آپ کے ساتھ کوئی تعلق نہیں ہے۔ خدا را ہمیں معاف کر دیں، ہماری جان چھوڑ دیں، آپ ہمیں آپ کے جوتوں کے نیچے رکھیں یا آپ جوتے کے نیچے مٹی کھود کے اس میں رکھیں، لیکن خدا را ہمارا نام لینا چھوڑ دیں اور ہماری جان نیو چھوڑ دیں، ہمارا آپ پیچھا سن رہے چھوڑ ہو دیں۔ ان کی بات؟ نیو آپ ان کی بات سن رہے ہیں؟ نیو آپ ادھر ہی ہو؟ نہ کریں گے یہاں پر نہ لڑائیاں جھگڑے کروائیں۔ مریم آپ ادھر ہو؟ مریم آپ موجود ہو؟ جی مریم آپ موجود ہو؟ بالکل میں موجود ہوں۔ نیو مریم جی اب انہوں نے جو بات کی، نیو ویسے آپ نے براڈ لگائی ہے، لیکن آپ خود ہیں کہاں پہ؟ یہ تو یہاں پہ جو کچھ ہو رہا ہے آپ کی مرضی سے ہو رہا ہے یہاں پہ؟ دیکھیں یہ چیز بالکل چلو غلط ہے، جو بھی کر رہا ہے عبداللہ بس چلتے ہیں، بہت ہوئی، ہم نے اپنی ریکویسٹ بھی ان کے سامنے رکھ دی ہے، اپنی ریکویسٹ بھی آپ کے سامنے رکھ دی ہے، اپنی دعات آپ کے سامنے رکھ دی ہے، ہم ہاتھ جوڑ کے آپ سے کہتے ہیں، عمر بعد ہم ہاتھ جوڑ کے آپ سے کہتے ہیں کہ آپ گالی بازوں کے خلاف جو کرنے آپ کریں، میر بھائی کوئی نہیں ترلے لیکن مارے، ہماری جان چھوڑ دیں، ہماری جان چھوڑ دیں۔ ابو بکر میر بھائی کوئی لوڑ نہیں ترلے۔ دیکھیں میری بات سنیں، ہم صرف اتنی ہی درخواست کرتے ہیں کہ آپ بیٹھیں گالی بازوں کے ساتھ، آپ اس ٹھیک ہو کے گیا، ساتھ میں یارانہ جہاں بھی رکھیں، بیٹھوں ہمیں کوئی اعتراض نہیں، لیکن خدا را ہماری جان چھوڑ دیں، ہماری جان چھوڑ دیں، ہمیں آپ بدنام کرنا چھوڑ دیں، ہمارا نام لینا چھوڑ دیں، ہمارا آپ سے کوئی تعلق نہیں ہے، اور آپ بھی ہماری جان چھوڑ دیں، ہم ہاتھ جوڑ کے کہتے ہیں۔ ایک سیکنڈ بھجن، آپ نے بہت کچھ بول دیا، میرے جو ہے نا میں ذرا باہر گیا تھا، آپ سب نے اپنی بات کر لی ہے، ان کے سسٹر کے ساتھ کر لی، آپ نے جو کہنا تھا کہہ لیا ہے، اب پلیز آپ نے اپنا موقف دے دیا ہے، جو بھی بولنا تھا بول دیا، اب آپ جائیں۔ ٹھیک ہے جی، ہم نے اپنا موقف رکھ دیا ہے، ہم صرف ان سے یہی ریکویسٹ کرتے ہیں کہ ہماری جان چھوڑ دیں، اور اب ہم جا رہے ہیں، سارا کیس آپ کے سامنے ہے۔ یہ الفاظ میں کافی دیر سے آوازیں آ رہی ہیں، دیکھیں جی اس شخص نے میری ولدیت کے بارے میں، میری فیملی کے بارے میں جھوٹ بولا، اس نے الزامات لگائے، انہوں نے تہمتیں لگائی، انہوں نے کوئی انہوں نے کوئی
को बिल्कुल कोई जरूरत नहीं थी उसको छेड़ने की। उसको नहीं हम करते भी नहीं, लेकिन वो बैठे हुए ना गाली हमको दे रहे हैं। हमारे बुजुर्ग बैठे, इतनी प्यारी बातें हो रही हैं सर, गलत चीज है ना ये। अच्छा ये हमारे भाई आए हुए हैं बहुत प्यारे, क्या नाम है, नदीम भाई। जनाब नदीम भाई अस्सलाम वालेकुम वरहमतुल्लाहि वबरकातुहू।